ਖਾਲਸਾ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਆਓ ਪਰਮ ਸਨਮਾਨਯੋਗ ਸਾਧ ਸੰਗਤ ਜੀ, ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਨ ਸੁਰਤੀਆਂ ਨੂੰ ਇਕਾਗਰ ਕਰਕੇ ਜੁੜਨਾ ਕਰੀਏ ਔਰ ਸਤਿਗੁਰਾਂ ਦੇ ਪਾਵਨ ਕੀਤੇ ਹੋਏ ਕੌਤਕਾਂ ਤੋਂ ਜਾਣੂ ਹੋ ਕਰਕੇ ਉਸ ਸ੍ਰੇਸ਼ਟ ਮਾਰਗ ਤੇ ਚੱਲ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਕਰੀਏ। ਪਿਛਲੇ ਪ੍ਰਸੰਗ ਅੰਦਰ ਆਪ ਸੰਗਤਾਂ ਨੇ ਸਰਵਣ ਕੀਤਾ ਦੀਵਾਨ ਵਿੱਚ ਕਿ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਜੀਵਨ ਕਥਾ ਦੇ ਵਿਚਾਰ ਕੀਤੇ ਹੋਏ ਕੌਤਕ ਸਰਵਣ ਕਰਨ ਲਈ ਮਨ ਵਿੱਚ ਫੁਰਨਾ ਬਣਾਇਆ ਤਾਂ ਭਾਈ ਬਾਲਾ ਜੀ ਤਲਵੰਡੀ ਤੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਖਡੂਰ ਸਾਹਿਬ ਆਣ ਪਹੁੰਚੇ ਔਰ ਆਪਣੀ ਸਾਰੀ ਵਿਥਿਆ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਈ। ਇਹ ਪ੍ਰਸੰਗ ਆਪ ਸੰਗਤਾਂ ਨੇ ਪਿਛਲੇ ਦੀਵਾਨ ਅੰਦਰ ਸਰਵਣ ਕੀਤਾ। ਆਓ ਦੂਸਰਾ ਪ੍ਰਸੰਗ ਨਾਨਕ ਪ੍ਰਕਾਸ਼ ਗ੍ਰੰਥ ਦਾ ਆਰੰਭ ਹੈ। ਅੱਗੇ ਕਵੀ ਸਾਹਿਬ ਜੀ ਜੋ ਸਤਿਗੁਰਾਂ ਦਾ ਪਾਵਨ ਯਸ਼ ਬਿਆਨ ਕਰ ਰਹੇ ਨੇ। ਸਰਬ ਸੰਗਤਾਂ ਸੁਰਤੀਆਂ ਨੂੰ ਇਕਾਗਰ ਕਰ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੋਧਿਓ ਹਮ ਜੋ ਗੁਰ ਭਇਓ, ਅੰਗਦ ਪਰਮ ਨਿਧਾਨ। ਸ਼੍ਰੀ ਨਾਨਕ ਪੁਨ ਤਿਨ ਵਿਖੈ, ਭੇਦ ਨਾ ਕਉ ਜਾਣ। ਭਾਈ ਬਾਲਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਪੱਤਰੀ ਭਾਉ ਪੱਤਰੀ ਲੈਣ ਵਾਸਤੇ ਖਡੂਰ ਸਾਹਿਬ ਤੋਂ ਇੱਕ ਸਿੱਖ ਨਾਲ ਲੈ ਕਰਕੇ ਲਾਲਾ ਪੰਨੂ ਤਲਵੰਡੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲਾਲੂ ਜੀ ਦੇ ਘਰ ਗਏ ਨੇ। ਉੱਥੇ ਜਾ ਕਰਕੇ ਦੱਸ ਰਹੇ ਨੇ ਕਿ ਹੇ ਚਾਚਾ ਲਾਲੂ ਜੀ, ਆਸਾਂ ਨੇ ਗੁਰੂ ਲੱਭ ਲਿਆ ਹੈ। ਸ਼੍ਰੀ ਨਾਨਕ ਪੁਨ ਤਿਨ ਵਿਖੈ, ਭੇਦ ਨਾ ਕਉ ਜਾਣ। ਉਹ ਗੁਰੂ ਐਸਾ ਹੈ ਕਿ ਗੁਰੂ ਨਾਨਕ ਤੇ ਇਸ ਗੁਰੂ ਵਿੱਚ ਕੋਈ ਵੀ ਭੇਦ ਨਹੀਂ ਹੈ। ਚੌਪਈ ਦੀਨੀ ਅੰਗਦ ਕੋ ਗੁਰ ਆਏ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੀ ਮਾਨਤਾ ਗੁਰਗੱਦੀ ਬਖਸ਼ਿਸ਼ ਕੀਤੀ ਹੈ। ਤਿਨ ਪਤਰੀ ਤੁਮ ਸੋ ਮੰਗਵਾਈ। ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਖਡੂਰ ਸਾਹਿਬ ਗਿਆ ਸਾਂ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਜੀਵਨ ਗਾਥਾ ਇਤਿਹਾਸ ਲਿਖਾਉਣਾ ਹੈ ਤੇ ਉਹ ਇਤਿਹਾਸ ਦੀ ਆਰੰਭਤਾ ਭਾਉ ਪੱਤਰੀ ਜਨਮ ਪੱਤਰੀ ਤੋਂ ਬਕਾਇਦਾ ਨਹੀਂ ਹੋ ਸਕਦੀ। ਇਸ ਕਰਕੇ ਉਹ ਜਨਮ ਪੱਤਰੀ ਜਿਹੜੀ ਹੈ ਆਉਣੀ ਜ਼ਰੂਰੀ ਹੈ। ਇਸ ਲਈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਾਵਨ ਗੁਰਿਆਈ ਮਿਲੀ ਹੈ ਔਰ ਗੁਰੂ ਅੰਗਦ ਦੇਵ ਜੀ ਗੁਰ ਇਤਿਹਾਸ ਲਿਖਵਾਉਣਾ ਸੁਣਨਾ ਚਾਹ ਰਹੇ ਹਨ। ਉਹਨਾਂ ਨੇ ਉਹ ਭਾਉ ਪੱਤਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਜਿਹੜੀ ਹੈ ਤੁਹਾਡੇ ਕੋਲੋਂ ਮੰਗਵਾਈ ਹੈ। ਲਾਲਸ ਹੀਰਨ ਤਾਸ ਵਿਸਾਲਾ। ਲਾਲਸਾ ਹੈ, ਇੱਛਾ ਹੈ ਉਹਨਾਂ ਨੂੰ ਭਾਉ ਪੱਤਰੀ ਦੇਖਣ ਦੀ।
ਸੁਨ ਕਰ ਸਿੱਖ ਪਠਿਓ ਤਤਕਾਲਾ। ਮੇਰੇ ਨਾਲ ਆ ਸਿੱਖ ਵੀ ਨਾਲ ਭੇਜਣਾ ਕੀਤਾ ਹੈ। ਹਾਂਜੀ। ਲਾਲੂ ਕਹਿ ਨਾ ਮੁਝ ਸੁਧ ਕੋ। ਚਾਚਾ ਲਾਲੂ ਜੀ ਕਹਿਣ ਲੱਗੇ, ਭਾਈ ਬਾਲਿਆ ਮੈਨੂੰ ਤਾਂ ਕੋਈ ਖਬਰ ਨਹੀਂ ਹੈ ਕਿ ਪਤਰੀ ਕਿੱਥੇ ਹੈ। ਭਵ ਪਤਰੀ ਤੁਮ ਜਾਚਤ ਜੋ। ਜਿਹੜੀ ਤੁਸੀਂ ਜਨਮ ਪਤਰੀ ਗੁਰੂ ਨਾਨਕ ਦੇਵ ਜੀ ਦੀ ਮੰਗ ਰਹੇ ਹੋ, ਮੈਨੂੰ ਤਾਂ ਪਤਾ ਵੀ ਨਹੀਂ ਕਿ ਉਹ ਕਿੱਥੇ ਹੈ। ਨਾਨਕ ਕੇ ਤੁਮ ਬਹੁਤ ਪਿਆਰੇ। ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਿਆਰੇ ਸਿੱਖ ਹੋ ਨਾ। ਹਮ ਸੋ ਕਹੋ ਸਭ ਭੇਦ ਵਿਚਾਰੇ। ਇਸ ਲਈ ਸਭ ਤੋਂ ਪਹਿਲਾਂ ਮੈਨੂੰ ਸਾਰਾ ਭੇਦ ਦੱਸਣਾ ਕਰ। ਚਾਚਾ ਲਾਲੂ ਜੀ ਭਾਈ ਬਾਲਾ ਜੀ ਨੂੰ ਕਹਿ ਰਹੇ ਨੇ ਕਿ ਤੂੰ ਤਾਂ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਿਆਰਾ ਸਿੱਖ ਹੀ ਆ ਨਾ, ਉਹਨਾਂ ਦੇ ਸਦਾ ਹੀ ਅੰਗ ਸੰਗ ਰਿਹਾ ਹੈ। ਇਸ ਲਈ ਸਾਰਾ ਭੇਦ ਜਿਹੜਾ ਚੰਗੀ ਤਰ੍ਹਾਂ ਖੋਲ ਕਰਕੇ ਮੈਨੂੰ ਦੱਸਣਾ ਕਰ। ਗੁਰੂ ਅੰਗਦ ਹੈ ਕੈ ਸ਼੍ਰੀ ਚੰਦ। ਕਿ ਗੁਰੂ ਜਿਹੜਾ ਹੈ ਉਹ ਅੰਗਦ ਦੇਵ ਹਨ, ਕਿ ਗੁਰੂ ਨਾਨਕ ਦੇਵ ਜੀ ਦੇ ਬੜੇ ਸੁਪੁੱਤਰ ਸ਼੍ਰੀ ਚੰਦਰ ਜੀ ਹਨ। ਮੰਜੀ ਕਹਿ ਡਿਗ ਆਨੰਦ ਕੰਦ। ਗੁਰਤਾ ਗੱਦੀ ਦੀ ਮੰਜੀ ਜਿਹੜੀ ਹੈ ਉਹ ਕਿਸ ਦੇ ਕੋਲ ਹੈ, ਇਹ ਦੱਸਣਾ ਕਰ। ਸੁਤ ਨੇ ਲਈ ਕੀ ਸੇਵਕ ਪਾਏ। ਪੁੱਤਰ ਨੇ ਲਈ ਹੈ ਕਿ ਗੁਰਗੱਦੀ ਸੇਵਕ ਨੇ ਪਾਉਣਾ ਕੀਤੀ ਹੈ। ਤਖਤ ਬੈਸ ਕਿਸ ਗੁਰਤਾ ਆਏ। ਇਹ ਮਾਨ ਵਡਿਆਈ ਜਿਹੜੀ ਹੈ ਤਖਤ ਤੇ ਬੈਠਣ ਦੀ ਗੁਰਤਾ ਗੱਦੀ ਕਿਸ ਦੇ ਘਰ ਆਈ ਹੈ। ਦੋਹਰਾ ਕਹਿ ਬਾਲਾ ਅੰਗਦ ਗੁਰੂ ਜਹ ਸ਼੍ਰੀ ਨਾਨਕ ਆਪ। ਭਾਈ ਬਾਲਾ ਕਹਿਣ ਲੱਗਾ ਕਿ ਹੇ ਲਾਲੂ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਪੈਸੇ 5 ਨਰੇਲ ਧਰ ਸਿਰ ਨਿਵਾਏ ਦੇ ਥਾਪ। 5 ਪੈਸੇ ਤੇ 1 ਨਾਰੀਅਲ ਇਹ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਭੇਟਾ ਦੇ ਕਰਕੇ ਆਪ ਫਿਰ ਉਸ 5 ਭੂਤਕ ਦੇਹ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਤੇ ਸੀਸ ਵੀ ਨਮਾਇਆ ਹੈ। ਚੌਪਈ ਤਿਨ ਕੇ ਸਮਤਾ ਹੋਵੇ ਕੈਸੇ। ਉਹਨਾਂ ਦੀ ਬਰਾਬਰੀ, ਉਹਨਾਂ ਦੀ ਸਮਾਨਤਾ ਹੁਣ ਕਿਵੇਂ ਹੋ ਸਕਦੀ ਹੈ। ਥਾਪਿਓ ਗੁਰੂ ਨਾਨਕ ਜਬ ਐਸੇ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੀ ਇਸ ਤਰ੍ਹਾਂ ਪਰਖ ਕਰਕੇ ਪੂਰਾ ਕਸੌਟੀ ਤੇ ਚੜਾ ਕਰਕੇ ਸਾਰਾ ਇਮਤਿਹਾਨ ਆਪ ਲੈ ਕਰਕੇ ਗੁਰਤਾ ਗੱਦੀ ਬਖਸ਼ੀ ਹੋਵੇ, ਫਿਰ ਉਹ ਕੌਣ ਉਲਟ ਸਕਦਾ ਹੈ। ਖੋਜ ਲਿਓ ਹਮ ਗੁਰਮਤਿ ਤੇਰਾ। ਅਸਾਂ ਨੇ ਖੋਜ ਲੈਣਾ ਕੀਤਾ ਹੈ ਕਿ ਧੀਰਜਵਾਨ ਤੇ ਉੱਚੀ ਮੱਤ ਦਾ ਗੁਰੂ ਕੌਣ ਹੈ। ਜਿਉ ਖਨਵਾਰੇ ਪਾਵੈ ਹੀਰਾ। ਕਹਿੰਦੇ ਨੇ ਕਿ ਇਉਂ ਖੋਜ ਲੈਣਾ ਕੀਤਾ ਹੈ ਜਿਵੇਂ ਖਨਵਾਰੀ ਹੁੰਦਾ ਹੈ ਨਾ, ਕੋਲਿਆਂ ਦੀਆਂ ਉਹ ਖਾਨਾਂ ਵਿੱਚੋਂ, ਪਹਾੜਾਂ ਵਿੱਚੋਂ ਖੰਨ ਕਰਕੇ ਪੁੱਟ ਕੇ ਖੁਦਾਈ ਕਰਕੇ ਹੀਰਾ ਲੱਭ ਲੈਂਦਾ ਹੈ, ਇਉਂ ਅਸਾਂ ਗੁਰੂ ਲੱਭ ਲੈਣਾ ਕੀਤਾ ਹੈ। ਸ਼੍ਰੀ ਚੰਦ ਗੁਰ ਸੰਤਤ ਜਾਣੇ। ਹਾਂ, ਬਾਬਾ ਸ਼੍ਰੀ ਚੰਦਰ ਜੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਤਾਨ ਹੈ। ਮਾਨੈ ਮਾਨਵ ਮਨ ਅਨਮਾਨੈ। ਇਸ ਲਈ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਵਰ ਬਖਸ਼ਿਆ। ਇੱਕ ਤਾਂ ਸਤਿਗੁਰਾਂ ਦੇ ਸੁਪੁੱਤਰ ਹੋਣ ਕਰਕੇ ਉਹਨਾਂ ਦੀ ਮੰਨਤਾ ਹੋਵੇਗੀ, ਪਰ ਗੁਰੂ ਸਾਹਿਬ ਜੀ ਦਾ ਵੀ ਭਾਰੀ ਵਰ ਹੋਇਆ ਹੈ। ਇਸ ਲਈ ਸਾਰਾ ਸੰਸਾਰ ਉਹਨਾਂ ਦੀ ਵੀ ਪੂਜਾ ਪ੍ਰਤਿਸ਼ਠਾ ਕਰੇਗਾ, ਤਿੰਨਾਂ ਨੂੰ ਵੀ ਮੰਨੇਗਾ। ਗੁਰ ਅੰਗਦ ਕੋ ਗੁਰਤਾ ਦੇ। ਪਰ ਗੁਰਤਾ ਗੱਦੀ ਜਿਹੜੀ ਹੈ ਕੇਵਲ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਹੀ
ਦੇਣਾ ਕੀਤੀ ਹੈ। ਕਿਦੋ ਦੁਤਿਐ ਨਾਨਕ ਪ੍ਰਗਟਾਏ। ਜਦੋਂ ਮੰਨ ਲਓ ਦੂਸਰੇ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਗਟ ਹੋ ਆਏ ਹੋਵਣ। ਸੁਣ ਕਰ ਲਾਲੂ ਗਿਰਾ ਅਲਾਏ। ਲਾਲੂ ਜੀ ਨੇ ਜਦ ਐਸੇ ਬਚਨ ਸੁਣੇ, ਸੁਣ ਕਰਕੇ ਲਾਲੂ ਜੀ ਕਹਿਣ ਲੱਗੇ ਹਨ, ਖੋਜਿਓ ਜੇ ਪਤਰੇ ਹੋਏ ਭਾਏ। ਭਾਈ ਚੰਗਾ ਫਿਰ ਭਾਉ ਪੱਤਰੀ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਦੀ ਲੱਭ ਲਓ, ਜੇ ਲੱਭਦੀ ਹੈ ਤਾਂ। ਕਾਗਰ ਲੇਖੇ ਕੇ ਇੱਕ ਥਾਈ। ਦੇਖੋ ਸਾਰੇ ਹੀ ਲੇਖੇ ਜੋਖੇ ਦੇ ਜਿਹੜੇ ਕਾਗਜ਼ ਹਨ ਉਹ ਢੇਰ ਲੱਗਾ ਪਿਆ, ਉਹ ਸਾਰੇ ਹੀ ਇੱਕ ਥਾਂ ਇੱਕੇ ਜਗ੍ਹਾ ਹਨ। ਬਹੁ ਮੈਂ ਮਿਲੇ ਨ ਜਾਣੀ ਉਹ ਜਾਏ। ਜਨਮ ਪੱਤਰੀ ਵੀ ਜਿਹੜੀ ਹੈ ਨਾ ਇੱਥੇ ਇਹਨਾਂ ਕਾਗਜ਼ਾਂ ਦੇ ਵਿੱਚ ਹੀ ਮਿਲੀ ਪਈ ਹੈ, ਰਲੀ ਪਈ ਹੈ, ਜਾਣਿਆ ਨਹੀਂ ਜਾਂਦਾ। ਦੋਹੇ ਰਾਮ ਕਹਿ ਬਾਲਾ ਲਾਲੋ ਸੁਨੋ, ਤੂੰ ਕਾਲ ਕੋ ਪ੍ਰਾਤ। ਭਾਈ ਬਾਲਾ ਜੀ ਕਹਿਣ ਲੱਗੇ ਕਿ ਹੇ ਲਾਲੂ ਜੀ, ਇਹ ਬਚਨ ਸੁਣੋ, ਤੁਸੀਂ ਤਾਂ ਕਾਲੂ ਜੀ ਦੇ ਛੋਟੇ ਭਰਾ ਹੋ। ਜਨਨ ਜਨਕ ਨਾਨਕ ਨਹਿਨ, ਤੁਮ ਤੇ ਅਵੇ ਅਵਗਾਤ। ਹੁਣ ਤੁਹਾਡੇ ਤੋਂ ਬਗੈਰ ਤਾਂ ਇਹ ਨਹੀਂ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਜਾਂ ਪਿਤਾ ਜੀ ਹਨ। ਤੁਹਾਡੇ ਤੋਂ ਬਗੈਰ ਤਾਂ ਹੋਰ ਕਿਸੇ ਕੋਲ ਜਾਚਨਾ ਕੀਤੀ ਵੀ ਨਹੀਂ ਜਾ ਸਕਦੀ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਲਾ। ਇਹ ਕਾਰਜ ਜਿਹੜਾ ਹੈ ਤੁਹਾਡੇ ਤੋਂ ਬਗੈਰ ਸਾਡਾ ਕੌਣ ਕਰ ਸਕਦਾ ਹੈ। ਭਵ ਪਤਰੇ ਉਠ ਖੋਜੋ ਧਾਮਾ। ਇਸ ਕਰਕੇ ਉਠੋ, ਘਰੋਂ ਆਪ ਹੀ ਤੁਸੀਂ ਜਨਮ ਪੱਤਰੀ ਦੀ ਲੱਭਣਾ ਕਰੋ। ਬਾਲੇ ਕੇ ਸੁਣ ਗਿਰਾ ਰਸਾਲੋ। ਭਾਈ ਬਾਲੇ ਦੇ ਐਸੇ ਬਚਨ ਸੁਣ ਕਰਕੇ ਕਾਗਰ ਗ੍ਰਹਿ ਖੋਜਤ ਭਾ ਲਾਲੋ। ਭਾਈ ਲਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਸ਼੍ਰੀ ਜੀ ਉਹ ਸਾਰੇ ਲੇਖੇ ਜੋਖੇ ਦੇ ਕਾਗਜ਼ ਜਿਹੜੇ ਲਾਲਾ ਪੰਨੂ ਨੂੰ ਨਾਲ ਲੈ ਕਰਕੇ ਲੱਭਣ ਲੱਗ ਪਏ ਹਨ। ਖੋਜਤ ਖੋਜਤ ਪਤਰੇ ਜਬ ਹੀ। ਕਹਿੰਦੇ ਨੇ ਕਿ ਖੋਜਦਿਆਂ ਟੋਲਦਿਆਂ ਜਦ ਪਤਰੀ ਦਿਵਸ ਪੰਜਵੇਂ ਪਾਏ ਤਬ ਹੀ। 5 ਦਿਨ ਹੋ ਗਏ ਤੇ ਫਿਰ ਉਹ ਜਨਮ ਪੱਤਰੀ ਗੁਰੂ ਮਹਾਰਾਜ ਜੀ ਦੀ ਲੱਭੀ। ਇਤਨੇ ਕਾਗਜ਼ ਲੇਖੇ ਜੋਖੇ ਦੇ ਸਨ, ਉਹਨਾਂ ਵਿੱਚੋਂ ਮਸਾਂ ਹੀ ਲੱਭੀ ਹੈ। ਦੀਨੀ ਲਾਲੋ ਨੈ ਕਰ ਬਾਲਾ। ਕਹਿੰਦੇ ਨੇ ਕਿ ਲਾਲੂ ਜੀ ਨੇ ਫਿਰ ਭਾਈ ਬਾਲੇ ਦੇ ਹੱਥ ਉਹ ਜਨਮ ਪੱਤਰੀ ਦੇਣਾ ਕੀਤੀ ਹੈ। ਤਾਹੇ ਦਈ ਕਰ ਪੰਨੂ ਲਾਲਾ। ਭਾਈ ਬਾਲੇ ਨੇ ਫਿਰ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਨਾਲ ਸਿੱਖ ਭੇਜਿਆ ਸੀ ਨਾ ਲਾਲਾ ਪੰਨੂ, ਤਿਸ ਸਿੱਖ ਨੂੰ ਉਹ ਭਾਉ ਪੱਤਰੀ ਦੇਣਾ ਕੀਤੀ ਹੈ। ਲੈ ਪੰਨੂ ਪੁਨ ਬਚਨ ਉਚਾਰੇ। ਉਹ ਪੱਤਰੀ ਲੈ ਕਰਕੇ ਭਾਈ ਲਾਲਾ ਪੰਨੂ ਨੇ ਭਾਈ ਬਾਲੇ ਪ੍ਰਤ ਕਹਿਣਾ ਕੀਤਾ ਹੈ, ਬਾਲੇ ਚਲੀਏ ਸੰਗ ਹਮਾਰੇ। ਭਾਈ ਬਾਲੇ ਜਨਮ ਪੱਤਰੀ ਤਾਂ ਮਿਲ ਗਈ ਹੈ, ਤੁਸਾਂ ਮੈਨੂੰ ਦੇ ਦਿੱਤੀ ਹੈ, ਪਰ ਇੱਕ ਮੇਰੀ ਗੱਲ ਸੁਣ, ਬਚਨ ਸੁਣ, ਬੇਨਤੀ ਹੈ ਕਿ ਤੂੰ ਵੀ ਨਾਲ ਹੀ ਚੱਲਣਾ ਕਰ। ਹੇ ਰਹੇ ਗੁਰ ਉਰ ਅਰਕ ਅਪਾਰਾ। ਗੁਰੂ ਅੰਗਦ ਦੇਵ ਜੀ ਦੇਖਣਗੇ ਨਾ ਤੈਨੂੰ ਵੀ ਨਾਲ ਤਾਂ ਬੜੇ ਹੀ ਪ੍ਰਸੰਨ ਹੋਵਣਗੇ। ਪਰਮ ਪ੍ਰਸਿੱਧ ਹੈ ਪਰ ਉਪਕਾਰਾ। ਇਹ ਬਹੁਤ ਵੱਡਾ ਉਪਕਾਰ ਹੋਵੇਗਾ, ਪਰਮ ਪ੍ਰਸਿੱਧ ਹੈ, ਉਹ ਬੜੇ ਹੀ ਪ੍ਰਸੰਨ ਹੋਵਣਗੇ। ਸੁਨ ਸਰੋਣਨ ਮਨ ਮੈਂ ਅਨੁਮਾਨੀ। ਐਸਾ ਬਚਨ ਸੁਣ ਕਰਕੇ ਮਨ ਵਿੱਚ ਅਨੁਮਾਨ ਲਗਾਇਆ ਹੈ। ਬਾਨੀ ਭਣਤ ਸੁਖਨ ਮਮ ਸਾਨੀ। ਠੀਕ ਹੈ, ਮੇਰੇ ਭਲੇ ਦੀ ਗੱਲ ਕਰਦਾ ਹੈ। ਗਵਨ ਜੁਗਲ ਸੰਗ ਮੰਗ ਮਾਹੀ। ਦੋਨੋਂ ਹੀ ਗੁਰੂ ਕੇ ਸਵਾਰਿਓ ਨਾਲ ਚੱਲ ਪਏ ਹਨ। ਬਾਲਾ ਪੁਨ ਪੁੰਨੂ ਦਿਸ ਤਾਹੀ। ਭਾਈ ਬਾਲਾ ਤੇ ਭਾਈ ਲਾਲਾ ਪੰਨੂ ਦੋਨੋਂ ਹੀ ਗੁਰੂ ਅੰਗਦ ਦੇਵ ਜੀ ਵੱਲ ਖਡੂਰ ਸਾਹਿਬ ਵੱਲ ਚੱਲ ਪਏ ਹਨ। ਦੋਹੇਰਾ ਲਾਲੋ ਚਲਤਿਓ ਮਿਲ ਤਵੈ ਪੈਸੇ 5 ਨਰੇਲ। ਕਹਿੰਦੇ ਨੇ ਕਿ ਭਾਈ ਲਾਲੂ ਜੀ ਨੇ ਜਦ ਦੋਨੋਂ ਹੀ ਚੱਲਣ ਲੱਗੇ ਉਸ ਵਕਤ 5 ਪੈਸੇ
ਤੇ ਨਾਰੀਅਲ ਇੱਕ। ਆਪਣੀ ਦਿਸ਼ ਤੇ ਭੇਟ ਦੇ, ਬੋਲਿਓ ਮੁਖ ਤੇ ਫੇਰ। ਆਪਣੀ ਵੱਲੋਂ ਗੁਰੂ ਅੰਗਦ ਦੇਵ ਜੀ ਦੀ ਭੇਟਾ ਚਰਨਾਂ ਵਿੱਚ ਦੇਣ ਲਈ ਭੇਟ ਦਿੱਤੀ ਹੈ। ਤੇ ਫਿਰ ਭਾਈ ਲਾਲੂ ਜੀ ਨੇ ਬਾਲਾ ਤੇ ਭਾਈ ਲਾਲਾ ਪੰਨੂ ਨੂੰ ਕਹਿਣਾ ਕੀਤਾ ਹੈ। ਜਾਓ ਪਈ ਹਮਰੇ ਦਿਸ਼ ਤੇ ਦੋਹਾਂ ਤੇ ਸੰਦੇਸ਼ਾ। ਮੇਰੀ ਦਿਸ਼ਾ ਵੱਲੋਂ ਵੀ ਇਹ ਸੁਨੇਹਾ ਜਿਹੜਾ ਤੁਸੀਂ ਦੇ ਦੇਣਾ ਕਰੋ। ਸ੍ਰੀ ਅੰਗਦ ਜਿਸ ਦੋ